ਕੰਗ ਆਪਣਾ ਨਿੱਜੀ ਫਾਇਦਾ ਉਠਾਉਣਾ ਚਾਹੁੰਦੇ ਆ। ਉਹ ਚਾਹੁੰਦੇ ਆ, ਦਿਖਾਉਣਾ ਚਾਹੁੰਦੇ ਆ ਵੀ ਮੇਰੇ ਕੋਲੇ ਅਨਮੋਲ ਗਗਨ ਮਾਨ ਕੋਲੇ ਕੋਈ MC ਨਹੀਂ ਹੈ, ਵੀ ਮੇਰੇ ਕੋਲੇ 12 MC ਨੇ, ਵੀ ਮੈਂ ਹੀ ਲੋਕਾਂ ਨੂੰ ਕਹਿੰਦਾ ਫਿਰਦਾ। ਮੈਨੂੰ ਅਨਮੋਲ ਗਗਨ ਮਾਨ ਨੇ ਇੱਥੇ ਸੇਵਾ ਵਾਸਤੇ ਭੇਜਿਆ। ਨਾ ਉਹ ਪੰਚ ਹੈ ਨਾ ਸਰਪੰਚ ਹੈ, ਚੋਰੀ ਛਿਪੇ ਟਿਊਬਵੈੱਲ ਦਾ ਉਦਘਾਟਨ ਕਰਕੇ ਗਿਆ। ਉਹਦਾ ਕੋਈ ਫਰਜ਼ ਨਹੀਂ ਬਣਦਾ। MLA ਆਉਂਦੀ, MLA ਉੱਥੇ ਉਦਘਾਟਨ ਕਰਦੀ, ਚਲੋ ਆਪਾਂ ਮੰਨਦੇ। ਇੱਦਾਂ ਦੀਆਂ ਲੋਕਾਂ ਨੂੰ ਡਰਾ ਧਮਕਾ ਕੇ ਜਿਹੜੇ ਹੋਰ ਇਲਾਕੇ ਦੇ ਹੈਗੇ ਆ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਕਰਦਾ। ਆਪਣੇ ਸਾਰੇ ਮੈਂਬਰ MC ਸਾਹਿਬਾਨਾਂ ਨੂੰ ਆਪਣੀ ਕੋਠੀ ਬੁਲਾ ਕੇ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਕੰਮ ਪਾਸ ਨਹੀਂ ਕਰਨਾ। 6 ਮਹੀਨੇ ਪਹਿਲਾਂ ਅਸੀਂ 18 ਕਰੋੜ ਰੁਪਏ ਦੇ ਕੰਮ ਰੱਖੇ ਸੀਗੇ। ਉਦੋਂ ਇਹਨੇ ਜਿਹੜੇ ਇਹਦੇ ਬੰਦੇ ਸੀਗੇ ਸਾਰੇ ਕਾਂਗਰਸ ਦੇ ਵਿੱਚ, BJP ਦੇ, ਇਹਨਾਂ ਨੇ ਕੈਂਸਲ ਕਰ ਦਿੱਤੇ ਵੀ ਜਿੰਨੇ ਵੀ ਇੱਥੇ ਦੇ MC ਤੁਸੀਂ ਲੋਕਾਂ ਨੇ ਬਣਾਏ ਨੇ, ਹਰ ਇੱਕ ਵਾਰਡ ਦੇ ਅਖਬਾਰ 'ਚ ਵੀ ਆਇਆ ਵੀ ਜਿਹੜੀ ਵਾਰਡ 'ਚ ਜਿਹੜੇ MC ਨੇ ਕੰਮ ਪਾਸ ਨਹੀਂ ਕਰਾਏ, ਉਹ ਲੋਕ ਉਹਨਾਂ ਨੂੰ ਜਾ ਕੇ ਪੁੱਛਣ ਵੀ ਤੁਹਾਨੂੰ ਡਿਵੈਲਪਮੈਂਟ ਕਰਨ ਵਾਸਤੇ, ਨਵੇਂ ਗਰੋਹ ਦੀ ਡਿਵੈਲਪਮੈਂਟ ਕਰਨ ਵਾਸਤੇ ਆਪਾਂ MC ਬਣਾਇਆ, ਨਾ ਕਿ ਪੈਸੇ ਕਮਾਉਣ ਦਾ ਧੰਦਾ। ਪਹਿਲਾਂ ਜਨਤਾ ਕਲੋਨੀ ਦੀ ਗਿੱਲ ਸਾਹਿਬ ਨੇ ਸੜਕ ਬਣਾਈ ਸੀ, ਅਸੀਂ ਇਕੱਠੇ ਹੋ ਕੇ ਬਣਾਈ ਸੀ। ਉਦੋਂ ਵੀ ਇਨਸਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਸਭ ਤੋਂ ਪਹਿਲਾਂ ਸਾਰੇ ਪੱਤਰਕਾਰ ਸਾਹਿਬਾਨਾਂ ਦਾ ਔਰ ਆਪਣੇ ਪੂਰੇ ਨਗਰ ਨਿਵਾਸੀਆਂ ਦਾ ਮੈਂ ਧੰਨਵਾਦ ਕਰਦਾ। ਇਹ ਜਿਹੜੀ ਆਪਾਂ ਪ੍ਰੈਸ ਕਾਨਫਰੰਸ ਬੁਲਾਈ ਹੈ, ਸਿਰਫ ਨਵੇਂ ਗਰਾਊਂਡ ਦੀ ਡਿਵੈਲਪਮੈਂਟ ਵਾਸਤੇ। ਜਿਹੜਾ ਜਗਮੋਹਨ ਸਿੰਘ ਕੰਗ ਝੂਠ ਬੋਲਦਾ ਹੈ, ਆਈ ਵਾਰ ਅਖਬਾਰਾਂ 'ਚ ਖਬਰਾਂ ਲਵਾਉਂਦਾ ਵੀ ਨਵੇਂ ਗਰਾਊਂਡ ਦੀ ਡਿਵੈਲਪਮੈਂਟ ਨਹੀਂ ਹੁੰਦੀ, ਖਰੜ ਦੀ ਡਿਵੈਲਪਮੈਂਟ ਨਹੀਂ ਹੁੰਦੀ। ਆਪਾਂ ਸਾਰੀ ਪਬਲਿਕ ਨੂੰ ਦੱਸਣਾ ਚਾਹੁੰਦੇ ਹਾਂ, ਇਹ ਇਨਸਾਨ ਜਿੱਦਣ ਵੀ ਮੀਟਿੰਗ ਹੁੰਦੀ ਹੈ ਉਸੇ ਦਿਨ ਆਪਣੇ ਸਾਰੇ ਮੈਂਬਰ MC ਸਾਹਿਬਾਨਾਂ ਨੂੰ ਆਪਣੀ ਕੋਠੀ ਬੁਲਾ ਕੇ ਸਾਰਿਆਂ ਨੂੰ ਕਹਿੰਦਾ ਵੀ ਤੁਸੀਂ ਕੰਮ ਪਾਸ ਨਹੀਂ ਕਰਨੇ। 6 ਮਹੀਨੇ ਪਹਿਲਾਂ ਅਸੀਂ 18 ਕਰੋੜ ਰੁਪਏ ਦੇ ਕੰਮ ਰੱਖੇ ਸੀਗੇ। ਉਦੋਂ ਇਹਨੇ ਜਿਹੜੇ ਇਹਦੇ ਬੰਦੇ ਸੀਗੇ ਸਾਰੇ ਕਾਂਗਰਸ ਦੇ ਵਿੱਚ, BJP ਦੇ, ਇਹਨਾਂ ਨੇ ਕੈਂਸਲ ਕਰਤੇ। ਮੁੜ ਕੇ ਹੁਣ ਦੁਬਾਰਾ ਮੀਟਿੰਗ ਸੱਦੀ ਹੈ, ਉਹਦੇ 'ਚ ਸਿਰਫ 3 ਮਤੇ ਪਾਸ ਕਰਕੇ ਬਾਕੀ ਸਾਰੇ ਇਹਨਾਂ ਨੇ ਕੈਂਸਲ ਕਰਤੇ। ਸਿਰਫ ਆਪਾਂ ਇਹ ਗੱਲ ਲੋਕਾਂ 'ਤੇ ਪਹੁੰਚਾਉਣਾ ਚਾਹੁੰਦੇ ਹਾਂ ਵੀ ਜਿੰਨੇ ਵੀ ਇੱਥੇ ਦੇ MC ਤੁਸੀਂ ਲੋਕਾਂ ਨੇ ਬਣਾਏ ਨੇ, ਹਰ ਇੱਕ ਵਾਰਡ ਦੇ ਅਖਬਾਰ 'ਚ ਵੀ ਆਇਆ ਵੀ ਜਿਹੜੀ ਵਾਰਡ 'ਚ ਜਿਹੜੇ MC ਨੇ ਕੰਮ ਪਾਸ ਨਹੀਂ ਕਰਾਏ, ਉਹ ਲੋਕ ਉਹਨਾਂ ਨੂੰ ਜਾ ਕੇ ਪੁੱਛਣ ਵੀ ਤੁਹਾਨੂੰ ਡਿਵੈਲਪਮੈਂਟ ਕਰਨ ਵਾਸਤੇ, ਨਵੇਂ ਗਰੋਹ ਦੀ ਡਿਵੈਲਪਮੈਂਟ ਕਰਨ ਵਾਸਤੇ ਆਪਾਂ MC ਬਣਾਇਆ, ਨਾ ਕਿ ਪੈਸੇ ਕਮਾਉਣ ਦਾ ਧੰਦਾ। ਇਸੇ ਕਰਕੇ ਮੈਂ ਅੱਜ ਪ੍ਰੈਸ ਕਾਨਫਰੰਸ ਬੁਲਾਈ ਹੈ। ਬਾਕੀ ਮੈਂ ਹੋਰ ਵੀ ਕੰਗ ਸਾਹਿਬ ਬਾਰੇ ਦੱਸਣਾ ਚਾਹੁੰਦਾ। ਪਹਿਲਾਂ ਜਨਤਾ ਕਲੋਨੀ ਦੀ ਗਿੱਲ ਸਾਹਿਬ ਨੇ ਸੜਕ ਬਣਾਈ ਸੀ, ਅਸੀਂ ਇਕੱਠੇ ਹੋ ਕੇ ਬਣਾਈ ਸੀ। ਉਦੋਂ ਵੀ ਇਨਸਾਨ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਉਦੋਂ ਵੀ ਮੈਨੂੰ ਚੈਲੰਜ ਕੀਤਾ ਸੀਗਾ ਵੀ ਜੇ ਤੂੰ ਸੱਚਾ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰੇ ਆ ਜਾ, ਮੰਦਰ ਆ ਜਾ। ਜੇ ਤੂੰ ਸੱਚਾ ਹੈਗਾ, ਮੈਂ ਵੀ ਆਪਣੇ ਬੱਚਿਆਂ ਨੂੰ ਲੈ ਕੇ ਮੰਦਰ ਗੁਰਦੁਆਰੇ ਆਵਾਂਗਾ। ਇਹ ਇਨਸਾਨ ਨੇ ਮੁੜ ਕੇ ਕੋਈ ਜਵਾਬ ਨਹੀਂ ਦਿੱਤਾ। ਹੁਣ ਵੀ ਮੈਂ ਕਹਿ ਰਿਹਾ, ਜਿਹੜਾ ਇਹ ਝੂਠ ਬੋਲਦਾ, ਮੈਨੂੰ ਪੱਤਰ ਸਾਹਿਬ ਵੀ MCਆਂ ਨੇ ਆ ਕੇ ਮੈਨੂੰ ਕਿਹਾ ਵੀ ਸਾਡੇ ਕੰਮ ਨਹੀਂ ਹੁੰਦੇ, ਹੁਣ ਵੀ ਆਪਣੇ ਬੱਚਿਆਂ ਨੂੰ ਲੈ ਕੇ ਗੁਰਦੁਆਰੇ ਮੰਦਰ ਆ ਜਾਵੇ, ਮੈਂ ਵੀ ਲੈ ਕੇ ਆਵਾਂਗਾ। ਜਿਹੜਾ ਸੱਚਾਈ ਹੈ ਉਹ ਸਾਰੇ ਨਵੇਂ ਗਰਾਊਂਡ ਦੇ ਲੋਕਾਂ ਦੇ ਸਾਹਮਣੇ ਆ ਜਾਏਗੀ। ਸਿਰ ਮੇਰੀ ਇਹੀ ਬੇਨਤੀ ਹੈ। ਇਹਨੇ ਇਲੈਕਸ਼ਨ 'ਚ ਵੀ ਮੇਰਾ ਬਹੁਤ ਕੋਸ਼ਿਸ਼ ਕੀਤੀ ਹੈ, ਪਰਚੇ ਪਾਉਣ ਦੀ ਕੋਸ਼ਿਸ਼ ਕੀਤੀ ਹੈ। 15 ਦਿਨ ਮੈਂ ਬਾਹਰ ਰਿਹਾ। ਹੁਣ ਵੀ ਮੈਂ ਮੀਡੀਆ ਨੂੰ ਦੱਸਣਾ ਚਾਹੁੰਦਾ, ਕੋਈ ਵੀ ਮੇਰੇ ਕਿਸੇ MC ਦਾ ਜਾਂ ਮੇਰੇ ਕੋਈ ਪਰਿਵਾਰ ਦਾ ਕੋਈ ਵੀ ਨੁਕਸਾਨ ਹੁੰਦਾ ਹੈ, ਇਹ ਸਾਰੀ ਕੰਗ ਸਾਹਿਬ ਦੀ ਜਿੰਨੀ ਵੀ ਉਹਦੀ ਜੁੜਲੀ ਹੈਗੀ ਆ, ਔਰ ਕੰਗ ਸਾਹਿਬ ਇਹ ਜ਼ਿੰਮੇਦਾਰ ਹੋਣਗੇ। सर आप कह रहे हैं कि कंग साहब सारे पार्षदों को बुला लेते हैं, इकट्ठा कर लेते हैं। कंग साहब कौन है? कोई मिनिस्टर हैं या कोई पार्टी का ओहदा है? कौन सी पार्टी से हैं? किस भी आप पे वो पार्षदों को बुलाते हैं या पार्षद उनकी गुलामी करते हैं? क्या है? ਜਦੋਂ ਕਮੇਟੀ ਦਾ ਇਲੈਕਸ਼ਨ ਹੋਇਆ ਸੀਗਾ ਉਦੋਂ ਕਾਂਗਰਸ ਸਰਕਾਰ ਸੀਗਾ, ਜਗਮੋਹਨ ਸਿੰਘ ਕੰਗ ਕਾਂਗਰਸ ਦੀ ਸਰਕਾਰ ਸੀਗੀ। ਉਸ ਟਾਈਮ ਇਹਦੇ ਕੋਲੇ ਸਿਰਫ 6 MC ਜਿਤਾ ਹੋਏ। ਉਸ ਤੋਂ ਪਹਿਲੇ ਇਲੈਕਸ਼ਨ ਹੋਇਆ ਸੀਗਾ 5 ਸਾਲ ਪਹਿਲੇ, ਇਹਦੇ ਕੋਲ ਇੱਕ MC ਨਹੀਂ ਜਿਤਾ ਹੋਇਆ ਸੀਗਾ।
ਇਹਨੂੰ ਰੜਕ ਇਹ ਹੈਗੀ ਹੈ, ਇਹਦੇ ਕੋਲ ਪ੍ਰਧਾਨ ਨਹੀਂ ਬਣਿਆ ਗਿਆ 10 ਸਾਲ 'ਚ। ਅੱਜ ਇਹ ਨਾ ਤਾਂ MC ਹੈ, ਨਾ ਇਹ ਪੰਚ ਹੈ, ਨਾ ਸਰਪੰਚ ਹੈ। ਹੋਰ ਵੀ ਮੈਂ ਦੱਸਣਾ ਚਾਹੁੰਦਾ ਪਬਲਿਕ ਨੂੰ ਸਾਰੀ ਨੂੰ, ਜੇ ਅੱਜ ਨਵੇਂ ਗਰਾਊਂਡ ਦੇ ਕੋਲੇ ਕੋਈ ਜ਼ਮੀਨ ਨਹੀਂ ਹੈਗੀ, ਕਿਤੇ ਸਕੂਲ ਵਾਸਤੇ ਜ਼ਮੀਨ ਨਹੀਂ ਹੈ, ਗਰਾਊਂਡ ਵਾਸਤੇ ਜ਼ਮੀਨ ਨਹੀਂ ਹੈ, ਟਿਊਬਵੈੱਲ ਲਾਉਣ ਵਾਸਤੇ ਜ਼ਮੀਨ ਨਹੀਂ ਹੈ, ਉਹਦਾ ਸਾਰਾ ਮਤਲਬ ਦੇਣਦਾਰ ਜਗਮੋਹਨ ਸਿੰਘ ਕੰਗ ਹੈ। ਇਸ ਇਨਸਾਨ ਨੇ ਜਦੋਂ ਇਹ ਕੈਬਨਿਟ ਮੰਤਰੀ ਸੀਗਾ, ਸਾਡੇ ਏਰੀਏ ਦੀ ਜਿੰਨੀ ਵੀ ਸ਼ਾਮਲ ਆ ਜ਼ਮੀਨ ਸੀ ਜ਼ਿਮੀਂਦਾਰਾਂ ਤੋਂ 22 ਕਿੱਲੇ ਜ਼ਮੀਨ ਇਸਨੇ ਲਈ ਹੈ। 22 ਸਾਮੀਆਂ ਤੋਂ 1 ਕਿੱਲਾ ਜ਼ਮੀਨ, 10 ਕਿੱਲੇ ਜਿਹੜੇ ਇਹਦੇ ਚੇਲੇ ਚਮਟੇ ਸੀਗੇ 10 ਕਿੱਲੇ ਉਹਨਾਂ ਨੇ ਲਈ ਹੈ। ਉਹ ਜ਼ਮੀਨ 32 ਕਿੱਲੇ ਲੈ ਕੇ ਇਹਨੇ ਜ਼ਿਮੀਂਦਾਰਾਂ ਦੇ ਨਾਂ ਚੜ੍ਹਾਤੀ। ਇਸੇ ਕਰਕੇ ਸਾਡੇ ਕੋਲ ਅੱਜ ਟਰਾਂਸਫਰ ਲਾਉਣ ਵਾਸਤੇ, ਟਿਊਬਵੈੱਲ ਲਾਉਣ ਵਾਸਤੇ, ਕੋਈ ਸਕੂਲ ਬਣਾਉਣ ਵਾਸਤੇ, ਕੋਈ ਹਸਪੀਟਲ ਬਣਾਉਣ ਵਾਸਤੇ, ਨਾ ਕਿ ਗਰਾਊਂਡ ਬਣਾਉਣ ਵਾਸਤੇ ਕੋਈ ਵੀ ਜਗ੍ਹਾ नहीं ਸਾਡੇ ਕੋਲ। सर आरोप ये भी है कि नगर कौंसिल की प्रधान बीबी बलविंदर कौर है, लेकिन गुरदान सिंह हर वार्ड में इंटरफेरेंस करते हैं। जैसा सबको भी पता है कि यहाँ अकाली दल की कमेटी है, तो अकाली दल में आप किस पद पे हो, किस हिसाब से आप उसको मैनेज करते हैं? मैं पहले ਸਰਕਲ ਪ੍ਰਧਾਨ ਸੀਗਾ ਸ਼੍ਰੋਮਣੀ ਅਕਾਲੀ ਦਲ ਦਾ, ਹੁਣ ਮੈਂ ਸੀਨੀਅਰ ਮੀਤ ਪ੍ਰਧਾਨ ਹਾਂ ਸ਼੍ਰੋਮਣੀ ਅਕਾਲੀ ਦਲ ਦਾ। ਉਸ ਨਾਤੇ ਵੀ ਮੇਰੀ ਵਾਈਫ ਹੈ, ਉਹ ਹਰ ਜਗ੍ਹਾ ਨਹੀਂ ਜਾ ਸਕਦੀ। ਜਿੱਥੇ ਵੀ ਕਿਤੇ ਔਕੜ ਆਉਂਦੀ ਹੈ, ਕੋਈ ਲੜਾਈ ਝਗੜਾ ਹੁੰਦਾ, ਕਿਤੇ ਕੁਝ ਵੀ ਹੁੰਦਾ, ਉੱਥੇ ਮੈਨੂੰ ਆਪ ਖੁਦ ਜਾਣਾ ਪੈਂਦਾ। ਪ੍ਰਧਾਨ ਜੀ, ਇੱਕ ਤੁਹਾਨੂੰ ਬਦਲਣ ਦੀ ਗੱਲ ਹੋ ਰਹੀ ਹੈ। ਕੰਗ ਸਾਹਿਬ ਕਹਿ ਰਹੇ ਕਿ ਪ੍ਰਧਾਨ ਬਦਲਣਾ ਚਾਹੀਦਾ, ਕਿਉਂਕਿ ਨਵਾਂ ਗਰਾਊਂਡ ਦੇ ਵਿਕਾਸ ਕਰਾਉਣ ਦੇ ਵਿੱਚ ਸਭ ਤੋਂ ਫੇਲ ਪ੍ਰਧਾਨ ਹੋਇਆ। ਫੇਲ ਪ੍ਰਧਾਨ ਤਾਂ ਮੈਂ ਉਹੀ ਤਾਂ ਤੁਹਾਨੂੰ ਪਹਿਲੇ ਵੀ ਵੀਰ ਜੀ ਦੱਸ ਕੇ ਹਟਿਆ ਤੇਜੀ ਵੀਰ, ਵੀ ਇਹ ਨਵਾਂ ਗਰਾਊਂਡ ਦੀ ਡਿਵੈਲਪਮੈਂਟ ਨਾ ਤਾਂ 15 ਸਾਲ 20 ਸਾਲ ਇਹ ਕੈਬਨਿਟ ਮੰਤਰੀ ਰਿਹਾ, ਨਾ ਤਾਂ ਇਹਨੇ ਨਵੇਂ ਗਰਾਊਂਡ ਦਾ 20 ਸਾਲ 'ਚ ਕੋਈ ਕੰਮ ਕੀਤਾ, ਨਾ ਇਹ ਹੁਣ ਕਮੇਟੀ ਨੂੰ ਕਰਨ ਦਿੰਦਾ। ਇਹੀ ਤਾਂ ਮੈਂ ਬਾਰ-ਬਾਰ ਦੱਸਣਾ ਚਾਹੁੰਦਾ। ਵਿੱਚੇ ਹੋਰ ਕਮੇਟੀਆਂ ਨੂੰ ਨਾਲ ਲਾ ਕੇ, ਹੋਰ ਬੰਦਿਆਂ ਨੂੰ ਨਾਲ ਲਾ ਕੇ, ਸਾਰੇ MC ਨਹੀਂ ਚਾਹੁੰਦੇ, ਕੁਛ MC ਚਾਹੁੰਦੇ ਆ ਵੀ ਕੰਮ ਹੋਵੇ, ਪਰ ਇਹ ਸਾਰਿਆਂ ਨੂੰ ਕਿਸੇ ਨੂੰ ਦਬਾ ਕੇ ਧਮਕਾ ਕੇ ਆਪਣੀ ਕੋਠੀ ਬੁਲਾ ਲੈਂਦਾ। ਆਮ ਆਦਮੀ ਪਾਰਟੀ ਵਿੱਚ ਵੀ ਜਾਣ ਦਾ ਇਹਦਾ ਮਕਸਦ ਇਹੀ ਸੀਗਾ ਵੀ ਜਿਹੜੀ ਮੇਰੀ ਇਨਕੁਆਰੀ ਹੈ, ਮੈਂ 22 ਕਿੱਲੇ ਹੋਰ ਜਿੰਨੀਆਂ ਠੱਗੀਆਂ ਮਾਰੀਆਂ, ਉਹ ਕਿਤੇ ਮੇਰੀ ਇਨਕੁਆਰੀ ਨਾ ਖੁੱਲ੍ਹ ਜੇ। ਮੇਰੀ ਕੋਈ, ਇਹਨੂੰ ਪਤਾ ਸੀ ਆਮ ਆਦਮੀ ਪਾਰਟੀ ਦੀ ਹਵਾ ਹੈ, ਸਰਕਾਰ ਆਉਣ ਵਾਲੀ ਹੈ, ਵੀ ਮੈਂ ਤਾਂ ਇਹ ਆਮ ਆਦਮੀ ਪਾਰਟੀ 'ਚ ਗਿਆ। ਜਿਹੜੀਆਂ ਆਪਣੀਆਂ ਇਹਨੇ ਸਾਰੀਆਂ ਠੱਗੀਆਂ ਮਾਰੀਆਂ, ਉਹਨੂੰ ਮਤਲਬ ਲੁਕਾਉਣ ਵਾਸਤੇ ਤਾਂ ਇਹ ਆਮ ਆਦਮੀ ਪਾਰਟੀ ਕੋਲ ਗਿਆ। ਤੁਹਾਡੇ ਨਾਲ ਕਿੰਨੇ ਕੁ MC ਸਹਿਮਤ ਨੇ? ਮੇਰੇ ਕੋਲ, ਸਾਡੇ ਕੋਲ ਅਕਾਲੀ ਦਲ ਦੇ 9 MC ਸਹਿਮਤ ਨੇ ਵੀਰ ਜੀ। ਇਸ ਟਾਈਮ 9 ਦੇ 9 ਹਰ ਟਾਈਮ ਖੜੇ ਨੇ। 2-3 ਜਿੰਨੀ ਵਾਰੀ ਮੀਟਿੰਗ ਹੋਈ ਹੈ, 19 ਵਾਰ MCਆਂ ਨੇ ਹੱਥ ਖੜੇ ਕੀਤੇ ਵੀ ਜਿੰਨੇ ਵੀ ਡਿਵੈਲਪਮੈਂਟ ਤੇ ਕੰਮ ਹੈ ਆਪਾਂ ਨੇ ਪਾਸ ਕਰਾਉਣਾ ਹੈ। ਤੁਹਾਨੂੰ ਮੈਨੂੰ ਤਾਰਨ ਵਾਲੀ ਗੱਲਬਾਤ ਆਉਂਦੀ ਹੈ, ਤੁਸੀਂ ਜਦ ਮਰਜ਼ੀ ਤਾਰੀ ਜਾਓ, ਬਾਅਦ ਦੀ ਗੱਲ ਹੈ। ਪਰ ਨਵੇਂ ਗਰਾਊਂਡ ਦੀ ਡਿਵੈਲਪਮੈਂਟ ਵਾਸਤੇ ਤਾਂ ਆਪਾਂ ਨੂੰ ਜਿਹੜੇ ਮਤੇ ਆ ਲੋਕਾਂ ਦੇ ਪਾਸ ਕਰਨੇ ਚਾਹੀਦੇ। ਬਾਕੀ MCਆਂ ਦਾ ਕਹਿਣਾ ਕਿ ਜਿਹੜੇ ਪੁਰਾਣੇ ਕੰਮ ਹੈ ਉਹ ਹਜੇ ਸਿਰੇ ਚੜਾਏ, ਕਿ ਨਵੇਂ ਮਤੇ ਪਾਏ ਜਾ ਰਹੇ ਨੇ। ਵੀਰ ਜੀ, ਕੰਮੇ ਅੱਜ ਤੋਂ 1 ਸਾਲ ਹੋ ਗਿਆ, ਸਿਰਫ 5 ਕਰੋੜ ਰੁਪਏ ਦੇ ਕੰਮ ਸੀਗੇ ਪਹਿਲੇ। 5 ਕਰੋੜ ਦੇ ਕੰਮ 'ਚੋਂ ਸਿਰਫ ਇੱਕੇ ਆਨਲਾਈਨ ਟੈਂਡਰੀ ਹੁੰਦੀ ਹੈ, 52% 50% ਤੇ ਪਾ ਕੇ ਇੱਕ ਠੇਕੇਦਾਰ ਨੇ ਉਹ ਕੰਮ ਲਿਆ। ਕੁਛ ਕਰੋਨਾ ਕਰਕੇ ਲੇਟ ਹੋ ਗਏ, ਕੁਛ ਹੋਰ ਕਈ ਕਰਨਾ ਕਰਕੇ ਜਿਹੜਾ ਠੇਕੇਦਾਰ ਆ ਉਹ ਕੰਮ ਲੇਟ ਲਾ ਸਕਿਆ। ਹੁਣ ਵੀ ਜਿੰਨੇ ਵੀ ਕੰਮ ਹੈ 4-5 ਜਗ੍ਹਾ ਉਹ ਚੱਲਦੇ ਪਏ ਆ। ਇੱਕਾ ਦੁੱਕਾ ਕੰਮ ਛੱਡ ਕੇ ਬਾਕੀ ਸਾਰੇ ਕੰਮ ਹੋ ਗਏ ਵੀਰ ਜੀ ਨਵੇਂ ਗਰਾਊਂਡ। ਸਰ, ਤੁਸੀਂ ਉਹਨਾਂ ਦਾ ਨਾਮ ਉਜਾਗਰ ਕਰੋਗੇ MC ਦਾ ਜਿਹੜੇ ਕਿ ਕੰਮ 'ਚ ਰੁਕਾਵਟ ਪਾ ਰਹੇ ਨੇ? ਹਾਂਜੀ, ਉਹ ਸਾਰੇ ਹੀ ਹੈ। ਪਹਿਲਾਂ ਅਖਬਾਰ 'ਚ ਤੁਹਾਨੂੰ ਪਤਾ ਹੀ ਹੈ, ਅਖਬਾਰ 'ਚ ਵੀ ਖਬਰ ਆਈ ਹੈ, ਜਿੰਨੇ ਵੀ ਕਾਂਗਰਸ ਦੇ ਹੈਗੇ ਆ, BJP ਦੇ ਹੈਗੇ ਆ, ਉਹ ਕਾਉਂਸਲਰ ਸਾਰੇ ਹੀ। ਵਾਰਡ ਵਾਈਜ਼ ਤਾਂ ਵੈਸੇ ਤੁਹਾਨੂੰ ਪਹਿਲਾਂ ਅਖਬਾਰਾਂ 'ਚ ਮੈਂ ਪਹਿਲਾਂ ਅਖਬਾਰ 'ਚ ਦਿੱਤਾ ਹੀ ਆ, ਆਏ ਆ ਅਖਬਾਰ 'ਚ, ਤੁਹਾਨੂੰ ਪਤਾ ਹੀ ਹੈ ਜਿੰਨੇ ਵੀ ਹੈ 12 MC ਨੇ ਉਹ। आप क्या कहना चाहते हो कि अगर नया गांव में आज ये जल भराव हो रहा है या खड्डे बने हुए हैं, इसके लिए प्रधान नहीं विपक्षी पार्षद जिम्मेवार? ਬਿਲਕੁਲ ਇਹ ਇੱਦਾਂ ਚਾਹੁੰਦੇ ਆ ਵੀ ਨਵੇਂ ਗਰਾਊਂਡ 'ਚ ਡਿਵੈਲਪਮੈਂਟ ਨਾ ਹੋਏ, ਵਿਕਾਸ ਨਾ ਹੋਏ, ਵੀ ਪ੍ਰਧਾਨ ਦੀ ਬਦਨਾਮੀ ਹੋਏਗੀ। ਪਰ ਮੈਂ ਲੋਕਾਂ ਨੂੰ ਇਹੀ ਦੱਸਣਾ ਚਾਹੁੰਦਾ ਵੀ ਮੈਨੂੰ ਜਿੱਥੇ ਮਰਜ਼ੀ ਖੜਾ ਲਓ, ਚਾਹੇ ਗੁਰਦੁਆਰੇ ਮੰਦਰ ਜਿੱਥੇ ਮਰਜ਼ੀ ਚੜਾ ਲਓ, ਅਸੀਂ ਜਿਹੜਾ ਕੰਮ ਕਰਾਉਣ ਵਾਸਤੇ ਵਚਨਬੱਧ ਹੈ, ਅੱਗੇ ਨੂੰ ਵੀ ਕਰਾਵਾਂਗੇ। ਮਹਾਰਾਜ ਕਿਰਪਾ ਰੱਖੇ, ਵੀ ਪਹਿਲਾਂ ਵੀ ਕਰਾਏ ਨੇ। ਪ੍ਰਧਾਨ ਜੀ, ਤੁਸੀਂ ਕੁਝ ਇਹ ਕਹਿ ਰਹੇ ਕਿ ਸਾਡੇ ਕੋਲ ਤਾਂ ਜ਼ਮੀਨ ਨਹੀਂ ਟਿਊਬਵੈੱਲ ਲਾਉਣ ਨੂੰ ਜਾਂ ਕੋਈ ਹੋਰ ਪਾਰਕ ਬਣਾਉਣ ਨੂੰ, ਪਰ ਕਈ ਲੋਕਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਟੋਬਿਆਂ ਦੇ ਉੱਤੇ ਕਬਜ਼ਾ ਕੀਤਾ ਹੋਇਆ ਜਿਹਨਾਂ ਨੇ, ਉਹ ਕਦੋਂ ਛਡਾਓਗੇ ਫਿਰ? ਟੋਬਿਆਂ ਦੇ ਉੱਤੇ ਕਬਜ਼ਾ ਵੀ ਜਿਹੜਾ ਹੈਗਾ ਉਹ ਵੀ ਉਹੀ ਇਹਨਾਂ ਦੇ ਵਿੱਚ ਨੇ ਬੰਦੇ। ਜਿਹੜਾ ਜਗਮੋਹਨ ਸਿੰਘ ਕੰਗ ਹੈ,
ਜਗਮੋਹਨ ਸਿੰਘ ਕੰਗ ਦੇ ਵਿੱਚ ਜਿਹੜਾ 12 ਬੰਦੇ ਉਹਨਾਂ ਦੇ ਵਿੱਚ ਸ਼ਾਮਲ ਨੇ ਉਹ ਬੰਦੇ ਜਿਨ੍ਹਾਂ ਨੇ ਕਬਜ਼ਾ ਕੀਤਾ। ਕੋਈ ਦਊਂਗੇ ਉਹਨਾਂ ਬਾਰੇ ਲਿਖ ਕੇ ਤੁਸੀਂ? ਉਹਨਾਂ ਵਾਸਤੇ ਅਸੀਂ ਲਿਖ ਕੇ ਉਹ ਹਾਂਜੀ ਉਹ ਅਸੀਂ ਲਿਖ ਕੇ ਦਵਾਂਗੇ ਵੀਰ ਜੀ, ਜ਼ਰੂਰ ਆਪਾਂ ਕਰਾਂਗੇ ਕੋਸ਼ਿਸ਼, ਪਰ ਸਾਡੀ ਸਰਕਾਰ ਨਾ ਹੋਣ ਕਰਕੇ ਸਾਡੀ ਸੁਣਾਈ ਘੱਟ ਹੁੰਦੀ ਹੈ। आप तो कह रहे हो कि 12 पार्षद उधर हैं, हाँ जी। तो आप कह रहे हो कि 12 पार्षद विपक्ष में हैं, हाँ जी बहुमत उनके पास है। हाँ जी। अगर नया गांव के विकास के लिए, जैसे आपने पीछे भी कहा है कि भाई मुझे उतारने की बात हो रही है, अगर विकास की बात आएगी तो मैं उतर जाऊंगा, इस तरह की कोई बात होती है तो आप पंग साहब से बात करोगे? ਬਿਲਕੁਲ ਨਹੀਂ, ਆਪਾਂ ਕਿਉਂ ਉਤਰਾਂਗੇ ਜੀ, ਸਾਡੇ ਕੋਲ 9 ਬੰਦੇ ਹੈਗੇ ਆ, ਆਪਾਂ ਨਵੇਂ ਗਰਾਊਂਡ ਦੀ ਬੰਦਿਆਂ ਦੀ ਕੋਸ਼ਿਸ਼ ਕਰਦੇ ਪਏ ਆ, ਹੈਗੇ ਆ ਵਿੱਚ 2-4 ਬੰਦੇ ਜਿਹੜੇ ਚਾਹੁੰਦੇ ਆ ਨਵੇਂ ਗਰਾਊਂਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਮਤੇ ਪਾਸ ਕਰਾਂਗੇ, ਉਹਨਾਂ ਤੋਂ ਉਮੀਦ ਕਰਦੇ ਪਏ ਆ ਉਹ ਬੰਦੇ ਜਦੋਂ ਵੀ ਆਉਣਗੇ ਉਦੋਂ ਆਪਾਂ ਨਕਸ਼ੇ ਪਾਸ ਹੋ ਜਾਣਗੇ। ਪ੍ਰਧਾਨ ਜੀ, ਨਵਾਂ ਗਰਾਉਂ ਵਾਸੀਆਂ ਦਾ ਕਸੂਰ ਕਿਆ ਹੈ? ਉਹਨਾਂ ਨੇ ਤਾਂ ਬੜੇ ਚਾਵਾਂ ਨਾਲ ਤੁਹਾਡੀ ਕਮੇਟੀ ਬਣਾਈ ਹੈ, ਐਮਸੀ ਤਾਂ ਕੇ ਭੇਜੀ ਹੈ, ਪਰ ਹੁਣ ਇਹ ਨਾਮ ਨਵੇਂ ਗਰਾਊਂਡ ਵਾਸੀਆਂ ਦਾ ਕਸੂਰ ਸਿਰਫ ਇੰਨਾ ਹੀ ਹੈਗਾ ਵੀ ਜਿਹੜੇ 2-3 ਐਮਸੀ ਅਕਾਲੀ ਦਲ ਦੇ ਅਗਰ ਹੋਰ ਜਿੱਤੇ ਹੁੰਦੇ ਤਾਂ ਸ਼ਾਇਦ ਇਹ ਨੌਬਤ ਨਾ ਆਉਂਦੀ ਕਦੇ ਵੀ। ਤਾਂ ਹੁਣ ਤੁਹਾਨੂੰ ਕੀ ਲੱਗਦਾ ਕਿ ਨਵਾਂ ਗਰਾਉਂ ਦੇ ਵਿਕਾਸ ਨੂੰ ਰੋਕਣ ਵਾਸਤੇ ਸਭ ਤੋਂ ਜ਼ਿੰਮੇਵਾਰ ਕੌਣ ਹੈ? ਸਭ ਤੋਂ ਜ਼ਿੰਮੇਵਾਰ ਜਿਹੜਾ ਜਗਮੋਹਨ ਸਿੰਘ ਕੰਗ ਆਰ ਇਹਦੇ ਜਿੰਨੀ ਵੀ ਜੁੰਡਲੀ ਪਾਰਟੀ ਹੈ, ਜੋ ਵੀ ਇਹਦੇ ਜਿੰਨੇ ਵੀ ਇਹਦੇ ਐਮਸੀ ਹੈਗੇ ਆ ਉਹ ਨੇ। जो नई सरकार बनी है उसको जिम्मेवार मानते हो आप? ਉਹ ਤਾਂ ਬਿਲਕੁਲ ਜ਼ਿੰਮੇਵਾਰੀ ਨਹੀਂ, ਉਹਨਾਂ ਨਾਲ 2-3 ਵਾਰੀ ਗੱਲ ਹੋਈ ਹੈ ਮੈਡਮ ਨਾਲ, ਅਸੀਂ ਸਰਕਾਰ ਨੂੰ ਕਿਹਾ ਵੀ ਅਸੀਂ ਤੁਹਾਨੂੰ ਪੂਰਾ ਸਾਥ ਦੇਣ ਨੂੰ ਤਿਆਰ ਹਾਂ, ਜੋ ਵੀ ਸਾਤੋਂ ਤੁਸੀਂ ਮਦਦ ਚਾਹੋਗੇ, ਤੁਸੀਂ ਜਿੰਨੀ ਵੀ ਤੁਸੀਂ ਮਦਦ ਚਾਹੋਗੇ ਉਨੀ ਮਦਦ ਅਸੀਂ ਕਰਾਂਗੇ। ਅਨਮੋਲ ਗਗਨ ਮਾਨ ਨੇ ਕੋਈ ਬਿਆਨ ਦਿੱਤਾ ਤੁਹਾਨੂੰ ਕੋਈ ਪ੍ਰਧਾਨਗੀ ਤੋਂ ਉਤਾਰਨ ਵਾਸਤੇ? ਬਿਲਕੁਲ ਨਹੀਂ ਦਿੱਤਾ, ਉਹਨਾਂ ਨੇ ਕਦੇ ਕੋਈ ਬਿਆਨ ਨਹੀਂ ਦਿੱਤਾ। ਮੇਰੀ ਸਿਰਫ ਉਹਨਾਂ ਨਾਲ ਗੱਲਬਾਤ ਹੋਈ ਹੈ, ਪਰ ਹਜੇ ਤੱਕ ਮੇਰੀ ਉਹਨਾਂ ਨਾਲ ਕੋਈ ਮੀਟਿੰਗ ਨਹੀਂ ਹੋ ਸਕੀ ਹਜੇ ਤੱਕ ਕਦੇ। ਸਰ ਫਿਰ ਕੰਗ ਸਾਹਿਬ ਦੇ ਵਿੱਚ ਇਹੋ ਜੀ ਕਿਆ ਬੂਟੀ ਹੈ ਕਿ ਸਾਰੇ ਐਮਸੀ ਉਹਨਾਂ ਦੀ ਸੁਣਦੇ 12 ਦੇ 12 ਨਾ ਕਿ ਅਨਮੋਲ ਕੋਲ ਜਾ 12 ਦੀ 12 ਉਹਦਾ ਹੈ ਨਾ ਕੋਈ ਅਹੁਦੇਦਾਰੀ ਹੈ ਜੀ ਉਹਨਾਂ ਕੋਲ। ਉਹ ਸਿਰਫ ਇਹ ਹੈ ਵੀ ਜਦੋਂ ਕਾਂਗਰਸ ਜਿਹੜੇ ਐਮਸੀ ਜਿੱਤੇ ਸੀਗੇ ਉਹ ਕਾਂਗਰਸ ਸਰਕਾਰ ਦੇ ਟਾਈਮ ਜਿੱਤੇ ਸੀਗੇ, ਉਹ ਇਹਦੇ ਖਾਸ ਚਮਚੇ ਨੇ, ਉਹ ਜਿੱਦਾਂ ਉਹਨੇ ਕਹਿਣਾ ਉਦਾਂ ਹੀ ਕਹਿਣਾ। ਉਹ ਅਨਮੋਲ ਗਗਨ ਮਾਨ ਪਾਸਤਾ ਵੀ 1-2 ਐਮਸੀ ਜਾਂਦਾ ਜਾਣ ਬੁੱਝ ਕੇ ਕੰਗ ਭੇਜ ਦਿੰਦਾ ਉਹਨਾਂ ਨੂੰ, ਪਰ ਉਹ ਆਪਣਾ ਇਹ ਦਿਖਾਉਣਾ ਚਾਹੁੰਦਾ ਵੀ ਮੇਰੇ ਨਾਲ 12 ਐਮਸੀ ਨੇ, ਵੀ ਮੈਨੂੰ ਸ਼ਾਇਦ ਕੱਲ੍ਹ ਨੂੰ ਉਹਦੀ ਐਮਪੀ ਦੀ ਟਿਕਟ ਮਿਲ ਜੇਗੀ। ਇੱਕ ਵੀ ਮੈਂ ਜਿਹੜੇ ਆ ਜਿੰਨੇ ਵੀ ਕੰਮ ਕੀਤੇ ਆ, ਜ਼ਮੀਨਾਂ ਹੜੱਪੀਆਂ ਲੋਕਾਂ ਦੀਆਂ, ਨਾਡੇ ਜਾ ਕੇ ਦੇਖੋ ਤੁਸੀਂ, ਮਿੱਟੀ ਪੱਟੀ ਤੁਹਾਨੂੰ ਪਤਾ ਚੱਲ ਜਾਏਗਾ, ਉੱਥੇ ਇਹਨੇ 8 ਕਿੱਲੇ ਜ਼ਮੀਨ ਲਈ ਆ ਨਾਡੇ, ਉਹ 8 ਕਿੱਲਿਆਂ ਵਾਸਤੇ ਪੁਲ ਲਵਾਉਂਦਾ ਪਿਆ, ਜਿਹੜਾ ਉਹ ਪੁਲ ਲੱਗਣਾ ਸੀ ਉਹ ਸੰਘਾ ਦੇਵੀ ਵੱਲ ਲੱਗਣਾ ਸੀਗਾ, ਉਹ 8 ਕਿੱਲੇ ਜ਼ਮੀਨ ਇਹਦੀ ਜਿਹੜੇ ਇਹਦੇ ਚੇਲੇ ਚਮਟਿਆਂ ਨੇ ਵੇਚੀ ਹੈ, ਜਿਹੜੀ ਪਹਿਲਾਂ ਵੀ ਇਹਨੇ 22 ਕਿੱਲੇ ਜ਼ਮੀਨ ਲਈ ਹੈ ਉਹ ਆਪਣੇ ਨਾਂ 'ਤੇ ਨਹੀਂ ਲਈ। ਮੈਂ ਤਾਂ ਫਿਰ ਵੀ ਕਹੂੰਗਾ ਵੀ ਇਹਦੀ CBI ਜਾਂਚ ਹੋਣੀ ਚਾਹੀਦੀ ਹੈ। ਜਿਹੜੇ ਬੰਦੇ ਉਸ ਟਾਈਮ ਇਨਵੋਲਵ ਸੀਗੇ ਉਹਨਾਂ ਤੋਂ ਪੁੱਛਿਆ ਜਾਵੇ, फिर सारी ਜਿਹੜਾ ਦੁੱਧਾ ਪਾਣੀ ਦਾ ਪਾਣੀ पता हो लगेगा। आप कह रहे हो कि कंग ने यहाँ पे गलत तरीके से जमीन हड़प रखी है, तो जो 12 एमसी साथ दे रहे हैं क्या उनका भी उसमें कोई हिस्सा है? ਉਹ ਐਮਸੀ ਵੀ ਤੁਹਾਨੂੰ ਪਤਾ ਹੀ ਹੋਣਾ, 2-3 ਜਗ੍ਹਾ ਉਹ ਵੀ ਕਬਜ਼ੇ ਕਰਦੇ ਪਏ ਆ, ਇੱਕ ਸ਼ਿਵਾਲਿਕ ਵਿਹਾਰ 'ਚ ਹੋ ਰਿਹਾ, ਇੱਕ 73 ਨੰਬਰ 'ਚ ਹੋ ਰਿਹਾ। ਉਹ ਲੋਕਾਂ ਦੇ ਜਿਹੜੇ ਵਿਚਾਰੇ ਲੋਕੀ ਕੋਈ ਬਾਹਰ ਨੇ ਕੰਗ ਦੀ ਸ਼ਹਿ 'ਤੇ, ਉਹ ਪਲਾਟ ਘੇਰ ਕੇ ਵਿੱਚ ਕੰਗ ਨੂੰ ਹਿੱਸਾ ਦਿੰਦੇ ਜੀ, ਹਿੱਸਾ ਪੱਤੀ ਦਿੰਦੇ, ਕੰਗ ਉਹਨਾਂ ਦੀ ਸਪੋਰਟ ਕਰਦਾ ਹੈ। ਇਹਦੇ ਬਾਰੇ ਤੁਸੀਂ ਇਨਕੁਆਇਰੀ ਮੰਗ ਕਰਦੇ ਹੋ? ਬਿਲकुल जी बिल्कुल, CBI तो इंक्वायरी होनी चाहिए है। नहीं, अगर विधायक आपको कोई ऑफर देगी कि नया गांव के विकास के लिए ये काम किया जाए, आप विधायक के साथ काम करोगे? बिल्कुल पूरी साडी पूरी टीम ਡਿਵੈਲਪਮੈਂਟ ਦੇ ਮੁੱਦੇ ਤੇ, ਨਵੇਂ ਗਰਾਊਂਡ ਦੇ ਡਿਵੈਲਪਮੈਂਟ ਦੇ ਮੁੱਦੇ ਤੇ ਆਪਾਂ ਪੂਰਾ ਸਰਕਾਰ ਦਾ ਪੂਰਾ ਸਾਥ ਦੇਵਾਂਗੇ। ਪਹਿਲੇ ਵੀ ਜਦੋਂ ਅੱਜ ਤੋਂ 10-15 ਸਾਲ ਪਹਿਲੇ ਮੈਂ ਸਰਪੰਚ ਸੀਗਾ, ਉਦੋਂ ਜਗਮੋਹਨ ਸਿੰਘ ਕੰਗ ਨੇ ਮੈਨੂੰ ਕਿਹਾ ਸੀਗਾ ਵੀ ਮੈਂ ਨਵੇਂ ਗਰਾਊਂਡ ਦੀ ਡਿਵੈਲਪਮੈਂਟ ਵਾਸਤੇ ਅਸੀਂ ਡਿਵੈਲਪਮੈਂਟ ਕਰਨੀ ਹੈ। ਉਦੋਂ ਵੀ ਅਸੀਂ ਜਗਮੋਹਨ ਸਿੰਘ ਕੰਗ ਨਾਲ ਤੁਰੇ ਸੀਗੇ, ਪਰ ਉਸ ਇਨਸਾਨ ਨੇ ਨਵੇਂ ਗਰਾਊਂਡ 'ਚ ਉਦੋਂ ਵੀ ਇੱਕ ਗਲੀ ਨਹੀਂ ਬਣਾਈ ਸੀ। ਉਸ ਟਾਈਮ ਵੀ ਲੋਕਾਂ ਨੂੰ ਕਹਿੰਦਾ ਸੀਗਾ ਇਹ ਫੋਰੈਸਟ ਹੈ। ਉਸ ਤੋਂ ਪਹਿਲੇ ਨਵਾਂ ਚੰਡੀਗੜ੍ਹ ਬਣਨਾ ਸੀਗਾ, ਉਦੋਂ ਵੀ ਇੱਦਾਂ ਕਹਿੰਦਾ ਸੀਗਾ ਮੈਂ ਬਲਡੋਜ਼ਰ ਨਾਲ ਲੋਕਾਂ ਦੇ ਤੁਹਾਨੂੰ ਮੁਆਵਜ਼ੇ ਦਵਾ ਦਾਂਗਾ। ਮਤਲਬ 15-20 ਸਾਲ 'ਚ ਇਸ ਇਨਸਾਨ ਨੇ ਨਵੇਂ ਗਰਾਊਂਡ ਦਾ ਕੱਖ ਨਹੀਂ ਕੀਤਾ, ਬਾਕੀ ਲੋਕਾਂ ਦਾ ਜਿੰਨਾ ਨੁਕਸਾਨ ਵੱਧ ਤੋਂ ਵੱਧ ਨੁਕਸਾਨ ਕੀਤਾ। ਇਸ ਨੂੰ ਲੈ ਕੇ ਜਦੋਂ ਤੁਸੀਂ ਕਿਹਾ ਕਿ ਕੰਗ ਸਾਹਿਬ ਜਾਊਗੇ ਕਿ ਜਿਹੜੇ ਨਾਲ ਐਮਸੀ ਨੇ ਜੁੜੇ ਹੋਏ ਕਿ ਉਹ ਰੁਕਾਵਟ ਪਾ ਰਹੇ, ਪਰ ਇਸ ਨੂੰ ਲੈ ਕੇ ਤੁਸੀਂ ਆਪਣੇ ਐਮਸੀਆਂ ਨੂੰ ਨਾਲ ਲੈ ਕੇ ਐਮਐਲਏ ਅਨਮੋਲ ਗਗਨ ਮਾਨ ਨੂੰ ਮਿਲਣ ਦੀ ਕੋਸ਼ਿਸ਼ ਕਰੋਗੇ ਕਿ ਸਾਡੇ ਕੰਮ 'ਚ ਰੁਕਾਵਟ ਵੀਰ ਜੀ, ਉਹ ਉਹਨਾਂ ਨਾਲ ਗੱਲ ਕੀਤੀ ਸੀ ਪਹਿਲੇ, ਇਲੈਕਸ਼ਨ ਆ ਗਿਆ ਉੱਥੇ ਸੰਗਰੂਰ, ਹੁਣ ਆਪਣਾ ਸੈਸ਼ਨ ਚੱਲਦਾ ਪਿਆ ਸੀਗਾ, ਹੁਣ ਉਹਦੇ ਨਾਲ ਗੱਲਬਾਤ ਕਿਸੇ ਨੂੰ ਬੈਠ ਕੇ ਆਪਾਂ ਸਾਰੇ ਐਮਸੀ ਉਹਨਾਂ ਨੂੰ ਮਿਲਾਂਗੇ। सर, जो आम आदमी पार्टी के लोकल लीडर हैं उनका आरोप तो ये भी है, पार्षदों को अगर हम छोड़ दें, कि भाई प्रदेश में सरकार आम आदमी पार्टी की है, यहाँ अकाली की कमेटी है, तो जानबूझ के विकास नहीं हो रहे ताकि सरकार की बदनामी हो। ਸਰਕਾਰ ਦੀ ਵੀ ਬਦਨਾਮੀ ਹੋ, ਸਾਡੀ ਵੀ ਬਦਨਾਮੀ ਕਰਨਾ ਚਾਹੁੰਦੇ ਆ, ਮੇਰੀ ਵੀ ਨਿੱਜੀ ਬਦਨਾਮੀ ਕਰਨਾ ਚਾਹੁੰਦੇ ਆ ਕਿ ਅਸੀਂ 2 ਵਾਰ ਆਜ਼ਾਦ ਕਮੇਟੀ ਬਣਾਈ ਹੈ ਇੱਥੇ, ਪਹਿਲੇ ਆਜ਼ਾਦ ਕਮੇਟੀ ਬਣਾਈ ਆ, ਹੁਣ ਆਪਾਂ ਅਕਾਲੀ ਸਰਕਾਰ ਕਮੇਟੀ ਬਣਾਈ ਹੈ।
ਉਹਦੇ ਕਰਕੇ ਵੀ ਇਹਨਾਂ ਲੋਕਾਂ ਨੂੰ ਤਕਲੀਫ ਹੈਗੀ ਆ। अगर नया गांव के विकास की बात आएगी तो आप पार्टी से ऊपर उठ के काम कर लो। ਬਿਲਕੁਲ ਜੀ, ਬਿਲਕੁਲ ਬਿਲकुल ਸਾਥ ਦੇਵਾਂਗੇ ਪੂਰਾ। ਸਰ ਤੁਸੀਂ ਪਬਲਿਕ ਨੂੰ ਕੀ ਸਵਾਲ ਸੁਣਾਓਗੇ ਹੁਣ ਜਿਸ ਤਰ੍ਹਾਂ ਦੇ ਪਬਲਿਕ ਦੀ ਜਿਹੜੀਆਂ ਡਿਮਾਂਡਾਂ ਦਾ ਸਰ ਦੇਖੋ ਇਹ ਤੁਹਾਡੀ ਆਪਸੀ ਰਾਜਨੀਤੀ ਹੈ ਆਪ ਦੀ ਹੈ ਇਹ ਤਾਂ ਚਲੋ ਵੈਸੇ ਸਰਕਾਰ ਦਾ ਫਰਜ਼ ਬਣਦਾ ਹੈ ਸਰਕਾਰ ਸਾਥ ਦੇਵੇ। ਜਿਹੜੇ ਇਨਸਾਨ ਇਹ ਗਲਤ ਨੇ ਇਹਨਾਂ ਨੂੰ ਕਿਸੇ ਤਰ੍ਹਾਂ ਇਹਨਾਂ ਤੇ ਸਕੰਜਾ ਕਿਸੇ। ਗੁਰਦਿਆਲ ਜੀ ਤੁਸੀਂ ਕਹਿੰਦੇ ਹੋ ਕਿ ਤੁਹਾਡਾ ਕੋਈ ਵੀ ਮਤਾ ਪਾਸ ਕਰਾਉਣ ਲਈ ਬਹੁਮਤ ਇਸ ਟਾਈਮ ਉਹਦੇ ਐਮਸੀ 'ਚ ਨਹੀਂ ਹੈ। ਹਾਂਜੀ ਉਹਨਾਂ ਕੋਲ 12 ਹੈ, ਤੁਹਾਡੇ ਕੋਲ 9 ਹੈ। ਬਿਲਕੁਲ ਜੀ। ਅਗਰ ਉਹਨਾਂ ਕੋਲ 12 ਹੈ ਤਾਂ ਬਹੁਮਤ ਦੇ ਨਾਲ ਉਹ ਕੋਈ ਮਤਾ ਕਿਉਂ ਨਹੀਂ ਹਾਲੇ ਤੱਕ ਪਾਸ ਕਰਾ ਪਾ ਰਹੇ? ਉਹ ਚਾਹੁੰਦੇ ਨਹੀਂ ਨਾ ਕੈਂਸਲ ਕਰਾਉਣ ਵਾਸਤੇ ਜਾਂ ਕਿ ਪਾਸ ਉਹ ਚਾਹੁੰਦੇ ਨਹੀਂ ਵੀਰ ਜੀ ਨਵੇਂ ਗਰਾਊਂਡ ਦੀ ਡਿਵੈਲਪਮੈਂਟ ਹੋਏ, ਉਹ ਕੈਂਸਲ ਕਰਾਉਣ ਵਾਸਤੇ ਨਹੀਂ, ਉਹ ਪਾਸ ਕਰਾ ਸਕਦੇ ਸੀਗੇ। ਉਹਨਾਂ ਕੋਲ 12 ਹੈਗੇ ਕੋਈ ਨਾ ਕੋਈ ਕੰਮ ਕਰਾ ਸਕਦੇ। ਹਾਂ ਬਿਲਕੁਲ ਪਾਸ, ਸਾਰੇ ਦੇ ਸਾਰੇ ਮਤੇ ਉਹ ਪਾਸ ਕਰਾ ਸਕਦੇ। ਅਸੀਂ ਤਾਂ ਚਾਹੁੰਦੇ ਹੀ ਆ ਪਾਸ ਹੋਣ। ਉਹ ਸਾਡੇ ਨਾਲ ਦੋ ਬੰਦੇ ਦਾ ਕੋਈ ਮਤਾ ਲੈਣ ਜਿਹੜੇ ਡਿਵੈਲਪਮੈਂਟ ਵਾਸਤੇ ਆ ਤਾਂ ਤੁਸੀਂ ਸਪੋਰਟ ਕਰੋ। ਬਿਲकुल बिल्कुल जी बिल्कुल सारे करनेंगे, सारे के सारे एमसी साढ़े मेरा करनेंगे। सवाल ना बिंदौलिया जी से है। बिंदौलिया जी, आपके बाढ़ में पानी की बड़ी समस्या है और पीछे जो हाउस की मीटिंग रखी गई थी उसमें पानी को लेके 10 ट्यूबवेल लगने थे, लेकिन वो बदकिस्मती है नया गाँव की कि वो पास नहीं होता है। क्या कहना चाहोगे? सबसे पहले मैं दो नया गाँव के सबसे पहले मैं नगरवासियों को का धन्यवाद करता हूं और मीडिया का, आए हुए समस्त मीडिया और भाई लोग जो भी बैठे हैं उनका मैं धन्यवाद करते हुए, अभी मुझे कुछ पूछा है कि मतलब पानी की समस्या है दशमेश नगर में। वाकई पानी की बहुत समस्या है। जगह न होने के कारण वहाँ पर ट्यूबवेल नहीं लगाया जा बार बार मैंने ठेकेदार को बुलाया, एक्शन साहब को बुलाया, एसडीओ को बुलाया, मगर वहाँ पे जगह न होने के कारण वो ट्यूबवेल अभी तक नहीं लगा। पानी की बहुत जटिल समस्या है। बाकी विकास काम बिल्कुल नहीं हो रहे हैं। लोगों के बार बार फ़ोन आ रहे हैं कि गलियाँ नहीं बन रही हैं, कुछ नहीं। मैंने हाउस में बड़े ज़ोर ज़ोर से चिल्ला चिल्ला के सभी एमसी साहिबानों को बोला कि देखो आपका प्रधान के साथ क्या मसला है क्या नहीं है, हमें इसके बारे में कुछ पता नहीं है, मगर लोगों के विकास काम मत रोके। आप 12 एमसी हैं, कम से कम विकास काम तो इसको पास करो। उन्होंने एकजुट कर कहा कि हम विकास काम नहीं करेंगे जब तक हमारे पिछले काम। मैंने उनको बोला कि पिछले काम तो थोड़े से पास हुए थे, वो तो हो चुके हैं सारे, कुछ रहते हैं वो भी हो जाएंगे, क्योंकि जब आप पेड़ लगाते हैं तो फल उसी समय नहीं मिलता, उसका कुछ इंतज़ार करना पड़ता है। तो आप मते पास करो। और इस समय जो हाउस मीटिंग में हुआ वो मुझे अच्छा नहीं लगा, क्योंकि हाथ उठाकर किसी से बहुमत नहीं लिया गया, केवल वार्ड नंबर लिखाए गए, वो तो हमें भी पता नहीं लगा। एक बाद में एक लेडीज 7 नंबर वार्ड से वो चिल्ला चला के बोल रही थी कि हमें तो पता नहीं है, हम तो विकास काम के लिए हैं। मैंने तो हाथ खड़ा करना था, मगर ऐसा नहीं किया गया। इस समय हमें गुमराह किया गया हाउस के अंदर। और मैं बड़े ज़ोर ज़ोर से सारे एमसी साहिबानों से प्रार्थना करता रहा, मगर उन्होंने एक बात नहीं सुनी कि लोगों के विकास काम है उन्हें पास करवा लो या इसको पेंडिंग रख लो। अगर आपको कोई तकलीफ है तो इसे पेंडिंग रखो, इसे रिजेक्ट मत करो, क्योंकि ये 6 मंथ का प्रोसीजर है, इसलिए हम लोगों को बड़ी दिक्कत आएगी। इसको पेंडिंग रख दो अगर आप कोई दिक्कत है। पर नहीं, वो कहते हैं जी कैंसिल करो इनको। मतलब उनका मतलब है कि विकास काम ना हो। रिंकू जी, आपकी 22वीं पार्षद है और आपके इलाके में जो पानी बढ़ता है उसकी बड़ी दिक्कत है। आपने देखा होगा सड़क पर शायद 2-2 फुट पानी खड़ा होता है। जो पीछे हाउस की मीटिंग थी उसमें एक मता था कि 2 लाख रुपए से दवाई खरीदनी थी ताकि ये मौसमी बीमारियां ना हो पाए। तो आपको क्या लगता है कि आपके इलाके में इस चीज का खतरा है कि डेंगू और इस तरह की बीमारियां फैलेंगी? ਵੀਰ ਜੀ, ਸਭ ਤੋਂ ਪਹਿਲਾਂ ਸਾਰੇ ਮੈਂਬਰਾਂ ਦਾ, ਜਿਹੜੇ ਵੀ ਆਪਣੇ ਪੱਤਰਕਾਰ ਬੈਠੇ ਵੀਰ ਬੈਠੇ ਹੈ, ਸਭ ਦਾ ਧੰਨਵਾਦ। ਦੂਜੀ ਗੱਲ ਹੈ ਜੀ, ਸਾਡੇ ਵਾਰਡ 'ਚ 3 ਕੰਮ ਹੋਏ ਅੱਜ ਤੱਕ ਜੀ, ਇਹ ਧਿਆਨ ਵੀਰ ਨੂੰ ਹੀ ਪਤਾ। ਬਾਕੀ ਹੁਣ ਸਾਡੇ ਵਾਰਡ ਦਾ 20 ਨੰਬਰ ਵਾਰਡ ਦਾ 19 ਨੰਬਰ ਵਾਰਡ ਦਾ ਸਾਂਝਾ ਕੰਮ ਸੀ, ਅਸੀਂ ਕੰਮ ਪਾਸ ਕਰਾਇਆ, ਸਾਡਾ ਕੰਮ ਉਹ ਰਸਤੇ 'ਚ ਰੁਕ ਗਿਆ। ਹੁਣ ਰਾਮਲੀਲਾ ਗਰਾਊਂਡ ਜਿੱਥੇ ਸਾਡੀ ਜ਼ਮੀਨ ਹੈ, ਜੱਦੀ ਜ਼ਮੀਨ ਹੈ, ਉੱਥੇ 4-4 5-5 ਫੁੱਟ ਪਾਣੀ ਖੜਿਆ ਜੀ। ਮੈਂ ਧਿਆਨ ਵੀਰ ਨੂੰ ਵੀ ਪਰਸੋਂ ਰਾਤ ਨੂੰ ਫੋਨ ਮਾਰਿਆ, ਮੈਂ ਵੀਰ ਸਾਡਾ ਬੁਰਾ ਹਾਲ ਹੈ ਜੀ। ਉਸ ਪਾਣੀ ਦੇ ਮਸਲੇ ਵਿੱਚ ਲੋਕ ਮੇਰੇ ਘਰੇ ਆ ਰਹੇ, ਡੇਂਗੂ ਫੈਲ ਰਿਹਾ ਜੀ, ਛੋਟੇ ਛੋਟੇ ਬੱਚੇ ਗਿਰ ਰਹੇ ਰਸਤੇ ਦੇ ਵਿੱਚ। ਔਰ ਲੋਕਾਂ ਨੇ ਮੂਵੀਆਂ ਬਣਾ ਕੇ ਮੈਨੂੰ ਘਰੇ ਦਿਖਾਈਆਂ, ਔਰ ਮੈਂ ਖੁਦ ਦੇਖ ਕੇ ਆਇਆ ਜੀ।
ਇਸ ਰਸਤੇ ਤੋਂ ਆਪਾਂ ਇੰਨਾ ਪਰੇਸ਼ਾਨ ਹੈ ਜੀ, ਬਹੁਤ ਜ਼ਿਆਦਾ ਪਰੇਸ਼ਾਨ ਹੈ। ਇਸ ਕਰਕੇ ਸਾਡੇ ਕੰਮ ਜਿਹੜੇ ਕਮੇਟੀ ਦੇ ਸਾਡੇ ਹੋਣੇ ਚਾਹੀਦੇ, ਜਿੰਨੇ ਵੀ ਆਪਾਂ ਐਮਸੀ ਹੈ ਜਿਹੜੇ ਸਾਡੇ ਐਮਸੀ ਹੈ 9 ਐਮਸੀ ਆਪਾਂ ਹੈਗੇ, 12 ਐਮਸੀ ਦੂਜੇ ਜੀ, ਉਹਨਾਂ ਕਰਕੇ ਸਾਡੇ ਜਿਹੜੇ ਕੰਮ ਪਾਸ नहीं हो रहे, ਸਾਨੂੰ बड़ी दिक्कत आ रही है। सारा पानी आपके जनता कॉलोनी में जाता है, लेकिन पब्लिक परेशान है, लोगों के घरों में पानी घुस रहा है, पार्षद कुछ कर नहीं पा रहे, नगर कौंसिल कुछ कर नहीं पा रहे, क्या कहोगे? देखो जी, इससे पहले कि आप लोगों का मैं धन्यवाद करता हूँ कि आप लोगों ने मुझे ये बोलने का मौका दिया। सबसे पहले बात तो यह है कि अगर हम कोई काम डालते हैं तो वो मते के थ्रू डालते हैं, और मैं पिछले 10 साल से अपने वार्ड की सेवा कर रहा हूँ, और मेरे वार्ड में जो है काफ़ी एरिया कंजस्टेड है और काफ़ी ज़्यादा मतलब प्रॉब्लम पानी की है। जैसे कि हम पीछे से पानी का सारा फ्लो होकर हमारी जनता कॉलोनी के अंदर आता है, तो उसके अंदर हमने एक एस्टीमेट डाला था पाइप का, पानी का निकासी जो हमारा वो पीजीआई के अंदर से फ़्लो करता है, पर उसको कई बार सरकार ने वहाँ पे बंद कर दिया है, जिसके लिए मैंने और मेरे वार्ड नंबर 15 के एमसीज ने मिलकर हमने कमेटी में मता डाला था कि भाई उस पाइपलाइन को चेंज करके दूसरी साइड को डाला जाए, जिससे कि हमारा पानी का फ़्लो निकल जाए। पर मजबूरी यह है कि भाई हमारे पास एमसी थोड़ा कम होने की वजह से, 2 एमसी की वजह से वो हमारा मता रिजेक्ट हो गया, और वो पानी का जो फ़्लो है वो हमें हर बरसात में इसका सामना करना पड़ता है। बाकी मैं आपके चैनल के थ्रू ये संदेश देना चाहता हूँ कि भाई जितने भी मेरे एमसी भाई और भी हैं जो हमारे कॉलोनी के नए गाँव के हैं, हमें सबको मिल के जो सड़क नाली गली का विकास हमें इकट्ठे करना चाहिए, आपसी मतभेद छोड़ के, क्योंकि ये जो विकास है हमारे गांव का है, हमारे समाज का है। हमें लोगों ने चुन के समाज के लिए, अच्छे काम के लिए बाहर निकाला है कि भाई हम अच्छे काम किए जाएं। तो मेरी आप लोगों से यही है कि भाई जितने भी एमसी हैं डेवलपमेंट के नाम पे आगे हैं और मिलजुल के काम करें। आप बैठे हो, क्या वजह है? बहुत बड़ी वजह है सर, धन्यवाद। आपके माध्यम से ये मैं बात आम लोगों तक पहुंचा पा रहा हूं अपनी मदर के बिहाफ पर। उनके साथ मेरे मदर और मेरा पिछले 32 साल का साथ रहा है, लेकिन 32 साल में बहुत लंबा टाइम हमने लिया समझने में कि कंग साहब जिस तरह की राजनीति करते हैं वो जनहित के लिए नहीं है, वो अपने खुद के हित के लिए राजनीति करते हैं। बहुत लंबा टाइम हमने लिया ये समझने में, और जब तक हमें समझ में आई है वो बात हाथ से निकल चुकी है। फिर भी अब जब मैं अकाली दल के साथ शामिल हुआ हूँ इनकी टीम में, उसके बाद से भी मुझे ऐसा लगता है कि वो अब आज तक भी राजनीति ही कर रहे हैं, आम पब्लिक की तरफ उनका कोई ध्यान नहीं है। कहीं ना कहीं जो भी नुकसान हो रहा है वो पब्लिक का ही हो रहा है। वो अपनी राजनीति कर लेंगे, इधर से भी राजनीति होंगी, उधर से भी राजनीति होंगी, तो पिसेगी आम जनता। मैं ऐसा बिल्कुल नहीं चाहता हूँ। तो ये चाहता हूँ कि पब्लिक के जो भी पब्लिक इंटरेस्ट के जो काम हो वो किसी ना किसी कीमत पे होते रहें, ताकि पब्लिक का भरोसा बना रहे हम लोग। जो 12 एमसी हैं उनको पार्टी से ऊपर उठकर नया गांव के विकास को लेके कोई संदेश देना चाहते हो? क्या कहना चाहते हो आप? जो भी संदेश आपका है। मैं ਤਾਂ ਸਾਰੇ ਜਿੰਨੇ ਵੀ ਐਮਸੀ ਹੈਗੇ ਆ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਆਪਾਂ ਨਵੇਂ ਗਰਾਊਂਡ ਦੇ ਜਿਹੜੇ ਵਾਸੀਆਂ ਨੇ ਸਾਨੂੰ ਚੁਣਿਆ ਵੀ ਆਪਾਂ ਇਕੱਠੇ ਰਲ ਮਿਲ ਕੇ ਜਿਹੜਾ ਨਵੇਂ ਗਰਾਊਂਡ ਦੇ ਜਿੰਨੇ ਵੀ ਕੰਮ ਨੇ ਆਪਣਾ ਉਹ ਇਕੱਠੇ ਹੋ ਕੇ ਆਪਾਂ ਵਿਕਾਸ ਆ ਜਿਹੜਾ ਨਵੇਂ ਗਰਾਊਂਡ ਦਾ ਕਰਾਈਏ। ਫਿਰ ਵੀ ਮੈਂ ਦੁਬਾਰਾ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਆਪਾਂ ਪਹਿਲਾਂ ਤੋਂ ਵੀ ਕਿਸੇ ਨਾਲ ਕੋਈ ਮਤਭੇਦ ਨਹੀਂ ਸੀਗਾ। ਹਰ ਇੱਕ ਇਨਸਾਨ ਦਾ ਜਦੋਂ ਵੀ ਪਰ ਠੇਕੇਦਾਰ ਇੱਕ ਠੇਕੇਦਾਰ ਨੂੰ ਕੰਮ ਮਿਲਣ ਕਰਕੇ ਤਾਂ ਕਰਕੇ ਥੋੜ੍ਹਾ ਜਿਹਾ 1-2 ਕੰਮ ਪਹਿਲੇ ਹੋ ਗਏ, ਦੋਨਾਂ ਦੇ ਥੋੜ੍ਹਾ ਜਿਹਾ ਬਾਅਦ 'ਚ ਹੋਏ। ਇਸ ਇਹ ਤੋਂ ਵੱਧ ਗੱਲ ਕੋਈ ਨਹੀਂ ਹੈ। ਪਰ ਕੰਗ ਆਪਣਾ ਨਿੱਜੀ ਫਾਇਦਾ ਉਠਾਉਣਾ ਚਾਹੁੰਦੇ ਆ, ਉਹ ਚਾਹੁੰਦੇ ਆ ਦਿਖਾਉਣਾ ਚਾਹੁੰਦੇ ਆ ਵੀ ਮੇਰੇ ਕੋਲੇ ਅਨਮੋਲ ਗਗਨ ਮਾਨ ਕੋਲੇ ਕੋਈ ਐਮਸੀ ਨਹੀਂ ਹੈ, ਵੀ ਮੇਰੇ ਕੋਲੇ 12 ਐਮਸੀ ਨੇ, ਵੀ ਮੈਂ ਹੀ ਲੋਕਾਂ ਨੂੰ ਕਹਿੰਦਾ ਫਿਰਦਾ ਮੈਨੂੰ ਅਨਮੋਲ ਗਗਨ ਮਾਨ ਨੇ ਇੱਥੇ ਸੇਵਾ ਵਾਸਤੇ ਭੇਜਿਆ। ਨਾ ਉਹ ਪੰਚ ਹੈ ਨਾ ਸਰਪੰਚ ਹੈ। ਇੱਕ ਦਿਨ ਇੱਥੇ ਚੋਰੀ ਛਿਪੇ ਟਿਊਬਵੈੱਲ ਦਾ ਉਦਘਾਟਨ ਕਰਕੇ ਗਿਆ, ਉਹਦਾ ਕੋਈ ਫਰਜ਼ ਨਹੀਂ ਬਣਦਾ। ਐਮਐਲਏ ਹੁੰਦੀ, ਐਮਐਲਏ ਉੱਤੇ ਉਦਘਾਟਨ ਕਰਦੀ, ਚਲੋ ਆਪਾਂ ਮੰਨਦੇ। ਇੱਦਾਂ ਦੀਆਂ ਲੋਕਾਂ ਨੂੰ
ਡਰਾ ਧਮਕਾ ਕੇ ਜਿਹੜੇ ਹੋਰ ਇਲਾਕੇ ਦੇ ਹੈਗੇ ਆ ਉਹਨਾਂ ਨੂੰ ਇੱਦਾਂ ਦੀਆਂ ਗੱਲਾਂ ਕਰਦਾ ਹੈ। ਮੇਰੀ ਫੇਰ ਦੁਬਾਰਾ ਮੰਗ ਹੈ ਵੀ ਇਸ ਇਨਸਾਨ 'ਤੇ ਜਿੰਨੇ ਵੀ ਇਹਨੇ ਘਪਲੇ ਕੀਤੇ ਹੈ ਇਹਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਔਰ ਸਾਡਾ ਕੋਈ ਜਾਨੀ ਮਾਨੀ ਨੁਕਸਾਨ ਸਾਡੇ ਕੋਈ MC ਦਾ, ਸਾਡੇ ਕੋਈ ਪਰਿਵਾਰ ਦਾ, ਤਾਂ ਇਹ ਜਗਮੋਹਨ ਸਿੰਘ ਕੰਗ ਆ ਇਹਦੀ ਜੁੰਡਲੀ ਜਿਹੜੀ ਹੈ ਜ਼ਿੰਮੇਵਾਰ ਹੋਏਗੀ। ਹਾਂਜੀ ਸਤਿ ਸ੍ਰੀ ਅਕਾਲ ਸਰ, ਕੰਗ ਸਾਹਿਬ ਬੋਲ ਰਹੇ ਜੀ? ਹਾਂਜੀ ਹਾਂਜੀ ਕੰਗ ਸਾਹਿਬ HN1 ਨਿਊਜ਼ ਚੈਨਲ ਤੋਂ ਹਰਤੇਜ ਸਿੰਘ ਬੋਲ ਰਿਹਾ ਜੀ। ਹਾਂਜੀ ਹਾਂਜੀ ਕੀ ਹਾਲ ਹੈ ਮਹਾਰਾਜ ਜੀ ਹੋ? ਹਾਂਜੀ ਹਾਂਜੀ ਵਧੀਆ ਜੀ ਵਧੀਆ। ਅੱਛਾ ਸਰ, ਇੱਕ ਨਾ ਅੱਜ ਆਪਣਾ ਨਵਾਂ ਗਰਾਊਂਡ ਦੇ ਵਿੱਚ ਗੁਰਧਿਆਨ ਸਿੰਘ ਨੇ ਕਾਨਫਰੰਸ ਕੀਤੀ ਸੀ। ਉਹਦੇ ਵਿੱਚ ਤੁਹਾਡੇ ਤੇ ਇਲਜ਼ਾਮ ਲਾਏ ਨੇ ਕਿ ਜਗਮੋਹਨ ਸਿੰਘ ਕੰਗ ਜਾਣਬੁੱਝ ਕੇ ਪ੍ਰਧਾਨਗੀ ਦੇ ਮੁੱਦੇ ਨੂੰ ਲੈ ਕੇ ਗੁੰਮਰਾਹ ਕਰ ਰਿਹਾ, ਨਵਾਂ ਗਰਾਊਂਡ ਦੇ ਵਾਸੀਆਂ ਨੂੰ ਵਿਕਾਸ ਦੇ ਵਿੱਚ ਰੁਕਾਵਟ ਕਰ ਰਿਹਾ। ਕੰਗ ਸਾਹਿਬ, ਜਗਮੋਹਨ ਸਿੰਘ ਕੰਗ ਬਾਰੇ ਇਲਾਕਾ 32 ਸਾਲ ਤੋਂ ਜਾਣਦਾ ਹੈ ਹਾਂਜੀ ਕਿ ਜਗਮੋਹਨ ਸਿੰਘ ਕੰਗ ਵਿਕਾਸ ਦਾ ਉਪਾਸ਼ਕ ਹੈ। ਵਿਕਾਸ ਮਗਰ ਦਿਨ ਰਾਤ ਲੱਗਿਆ ਰਹਿੰਦਾ ਹੈ, ਹਾਂਜੀ ਚਾਹੇ MLA ਹੋਵੇ ਨਾ ਹੋਵੇ, ਮੰਤਰੀ ਹੋਵੇ ਨਾ ਹੋਵੇ। ਹਾਂਜੀ ਇਸ ਕਰਕੇ ਲੇਕਿਨ ਗੁਰਧਿਆਨ ਬਦਕਿਸਮਤੀ ਨਾਲ ਪ੍ਰਧਾਨ ਬਣ ਗਿਆ। ਇਹਦੀ ਘਰਵਾਲੀ ਇੱਥੋਂ ਚਲੋ ਸਾਡੀਆਂ ਭੈਣਾਂ ਵਰਗੀ ਹੈ, ਹਾਂਜੀ ਬੱਚਿਆਂ ਵਰਗੀ, ਮੈਂ ਜੋ ਮਰਜ਼ੀ ਕਹਾਂ, ਹਾਂਜੀ ਲੇਕਿਨ ਇਹਨੂੰ ਨਾ ਕੁਛ ਪਤਾ ਹੈ ਨਾ ਸਤਾ। ਕਿਸੇ MC ਨੂੰ ਨਾਲ ਨਹੀਂ ਰੱਖ ਸਕਿਆ। ਸਾਰੇ MC ਇਸ ਤੋਂ ਔਖੇ ਹੈ। ਹਾਂਜੀ ਭ੍ਰਿਸ਼ਟਾਚਾਰ ਜ਼ੋਰਾਂ ਤੇ ਹੈ ਕਮੇਟੀ ਦੇ ਵਿੱਚ, ਤੇ ਨਹੀਂ ਰੱਖਣ ਕਾਰਨ MC ਇਹਦੇ ਨਾਲ ਨਹੀਂ ਚੱਲ ਰਹੇ। ਇਹਨੂੰ ਚਾਹੀਦਾ ਅਸਤੀਫਾ ਦੇ ਦੇਵੇ, ਘਰ ਬੈਠੇ ਆਰਾਮ ਨਾਲ ਕੰਮ ਕਰਨ। ਜਿਹੜਾ MC ਬਣਦਾ ਬਣਨ ਦੇਵੇ, ਜੇ ਮੇਜੋਰਟੀ ਹੋਊਗੀ ਬਣ ਜਾਊਗਾ। ਅੱਛਾ, ਇਹ ਵੀ ਕਿਹਾ ਉਹਨਾਂ ਨੇ, ਕਹਿੰਦੇ ਕਿ ਕੰਗ ਸਾਹਿਬ ਨਾ ਪੰਚ ਹੈ ਨਾ ਸਰਪੰਚ ਹੈ ਨਾ ਕੋਈ ਅਹੁਦੇਦਾਰ ਹੈ, ਕਿ ਉੱਥੇ ਕੀ ਰਾਤੋਂ ਰਾਤ ਟਿਊਬਵੈੱਲ ਦਾ ਉਦਘਾਟਨ ਕਰਕੇ ਚਲਾ ਗਿਆ, ਕਿ ਅਨਮੋਲ ਗਗਨਮਾਨ ਰੱਖ ਦੇ ਉਦਘਾਟਨ ਕਰਦੇ ਤਾਂ ਉਹਨਾਂ ਦੇ ਮੰਨਦੇ, ਪਰ ਜਗਮੋਹਨ ਸਿੰਘ ਕੰਗ ਜਾਣਬੁੱਝ ਕੇ ਰਾਜਨੀਤੀ ਕਰ ਰਹੇ। ਰਾਜਨੀਤੀ ਕੰਗ ਨੂੰ ਕਰਨੀ ਨਹੀਂ ਆਉਂਦੀ। ਹਾਂਜੀ ਕੰਗ ਲੋਕਾਂ ਨਾਲ ਜੁੜਿਆ ਹੋਇਆ, ਜੁੜਿਆ ਰਹੂਗਾ। ਕੁਝ ਮੈਂ ਪਹਿਲਾਂ ਕਿਹਾ ਹੋਵਾਂ ਨਾ ਹੋਵਾਂ, ਮੈਂ ਇਲਾਕੇ ਦੀ ਸਮਰਪਿਤ ਹਾਂ। ਹਾਂਜੀ ਇਹ ਟਿਊਬਵੈੱਲ ਬਹੁਤ 3 ਸਾਲ ਤੋਂ ਮੈਂ ਮਗਰ ਲਾ ਕੇ ਕਰਵਾਇਆ ਸੀ। ਹਾਂਜੀ ਮਸ਼ੀਨ ਉੱਥੇ ਆਈ, ਜਾ ਕੇ ਸਾਰੇ ਇਕੱਠੇ ਹੋ ਕੇ ਕੀਤਾ ਸੀ। ਹਾਂਜੀ ਹਾਂ, ਅਨਮੋਲ ਗਗਨਮਾਨ ਹਾਂਜੀ ਮੇਰੀ ਬੇਟੀਆਂ ਵਰਗੀ ਸਾਡੀ MLA ਹੈ। ਹਾਂਜੀ ਜਿੱਥੇ ਮਰਜ਼ੀ ਜਾਵੇ ਜਾ ਰਹੀ ਹੈ, ਅਸੀਂ ਵੀ ਜਾ ਰਹੇ ਹਾਂ। ਅਸੀਂ ਵੀ ਆਪ ਪਾਰਟੀ ਵਰਕਰ ਹਾਂ, ਹਾਂਜੀ ਹਾਂਜੀ ਸਾਨੂੰ ਕੋਈ ਰੋਕ ਨਹੀਂ ਸਕਦਾ। ਅੱਛਾ, ਅਸੀਂ ਲੋਕਾਂ ਦੇ ਵਿਕਾਸ ਵਾਸਤੇ ਜੋ ਮਰਜ਼ੀ ਕਰ ਸਕਦੇ ਹਾਂ, ਪਿੰਡਾਂ 'ਚ ਹੋਵੇ ਸ਼ਹਿਰਾਂ 'ਚ ਹੋਵੇ। ਤੁਹਾਡੀ ਪ੍ਰਾਪਰਟੀ ਨੂੰ ਲੈ ਕੇ ਕਹਿੰਦਾ CBI ਜਾਂਚ ਦੀ ਮੰਗ ਕੀਤੀ ਹੈ ਜੀ। ਮੈਂ ਕਿਹਾ ਜਿਹੜੀ ਮਰਜ਼ੀ ਜਾਂਚ ਕਰਾ ਲਏ ਮੇਰੇ ਵੱਲੋਂ, ਹਾਂਜੀ ਕਿਉਂਕਿ ਬੁਖਲਾਇਆ ਹੋਇਆ, ਘਬਰਾਇਆ ਹੋਇਆ। ਇਹਨੂੰ ਬੱਚਾ ਨਵੇਂ ਸ਼ਹਿਰ ਦਾ ਜਾਣਦਾ, ਇਹਦਾ ਪਿਛੋਕੜ ਕੀ ਹੈ, ਕੀ ਇਹ ਕਰਦਾ ਰਿਹਾ। ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਇਹਦੇ ਬਾਰੇ। ਅੱਛਾ ਸਰ, ਇਹ ਵੀ ਕਿਹਾ ਕਿ ਜਿਹੜੇ ਨਵਾਂ ਗਰਾਊਂਡ ਦੇ ਜਿੰਨੇ MC ਹੈ, ਭਾਵੇਂ BJP ਦੇ, ਭਾਵੇਂ ਕਾਂਗਰਸ ਦੇ ਹੈ, ਭਾਵੇਂ ਆਮ ਆਦਮੀ ਪਾਰਟੀ ਦੇ ਹੈ, ਕਿ ਉਹਨਾਂ ਨੂੰ ਕੰਗ ਸਾਹਿਬ ਜਾਣਬੁੱਝ ਕੇ ਵਰਗਾ ਕੇ ਕੀ ਕੰਮਾਂ ਦੇ ਵਿੱਚ ਰੁਕਾਵਟ ਪਾ ਕੇ ਮਤੇ ਪਾਸ ਨਹੀਂ ਹੋਣ ਦੇ ਰਿਹਾ। ਤੁਹਾਡਾ ਨਾਮ ਆ ਰਿਹਾ। ਦੇਖੋ, ਸਾਰੇ ਜਿੱਥੇ ਬੰਦੇ ਨੂੰ ਆਸ ਹੁੰਦੀ ਬੰਦਾ ਉੱਥੇ ਜਾਂਦਾ ਹੈ। ਹਾਂਜੀ ਜਦੋਂ ਸਾਰੇ MC ਜ਼ਬਾਨ ਦੀ ਬਾਤ ਹੋ ਗਈ ਵੀ ਸਾਡੀ ਸੁਣਵਾਈ ਨਹੀਂ ਹੋ ਰਹੀ ਕਿਸੇ ਪਾਸੇ, ਹਾਂਜੀ ਉਹ ਮੇਰੇ ਕੋਲ ਆਏ ਇਕੱਠੇ ਹੋ ਕੇ ਹਾਂਜੀ ਕਿ ਕੰਗ ਸਾਹਿਬ ਸਾਨੂੰ ਆਸ਼ੀਰਵਾਦ ਦਿਓ, ਨਾਲ ਚੱਲੋ, ਸਰਕਾਰ 'ਚ ਗੱਲ ਕਰੋ, ਇਹਨੂੰ ਉਤਾਰੋ। ਹਾਂਜੀ ਇਹ ਕੋਈ ਕੰਮ ਨਹੀਂ ਕਰਦਾ, ਭ੍ਰਿਸ਼ਟਾਚਾਰ ਜ਼ੋਰਾਂ ਤੇ ਹੈ। ਹਾਂਜੀ ਜਿਹੜੇ ਮਕਾਨ ਬਣਦੇ ਆ ਕਾਂਸਲ ਵੱਲ ਦੂਏ ਤੇ ਜਾ ਕੇ ਕਈਆਂ ਚੱਕ ਜਾਂਦਾ, ਇਹ ਉਹਨਾਂ ਤੋਂ ਪੈਸੇ ਲੈ ਲੈਂਦਾ। 20,000 ਰੁਪਏ 50,000 ਇੱਕ ਮਕਾਨ ਦਾ। ਸਾਰੀ ਗੱਲ ਜੋ ਹੈ ਲੋਕਾਂ ਨੂੰ ਪਤਾ, ਮੈਨੂੰ ਨਹੀਂ, ਲੋਕਾਂ ਨੂੰ ਦੱਸੀ ਗੱਲ ਸਾਰੀ ਆ ਕੇ। ਹਾਂਜੀ ਮੈਂ ਇਹਨੂੰ ਇਹ ਗੱਲ ਕਹੂੰਗਾ ਕਿ ਭਾਈ ਤੂੰ ਅਸਤੀਫਾ ਦੇ ਕੇ ਪਾਸੇ ਹੋ, ਜਿਹੜੇ ਕੋ ਮੈਜੋਰਟੀ ਪ੍ਰਧਾਨ ਬਣ ਜਾਊਗਾ। ਹਾਂਜੀ ਇਹ ਸਰ ਲੋਕਤੰਤਰ ਹੈ ਬਈ, ਜਿੱਥੇ ਬੰਦੇ ਚੱਲਦੇ ਹੀ ਨਹੀਂ। ਹਾਂਜੀ ਤੂੰ ਕਿਉਂ ਠੋਸਿਆ ਆਪਣੇ ਆਪ ਨੂੰ ਪ੍ਰਧਾਨਗੀ ਤੇ? ਹਾਂਜੀ ਪ੍ਰਧਾਨਗੀ ਤੂੰ ਕਰ ਰਿਹਾ, ਹਾਂਜੀ ਪ੍ਰਧਾਨਗੀ ਤੇ ਆਪਣਾ ਘਰ ਵਾਲੀ ਹੈ। ਹਾਂਜੀ ਹਾਂਜੀ ਜਾ ਕੇ ਤੂੰ ਕਮੇਟੀ ਕੁਰਸੀ ਬਹਿਣਾ, ਲੋਕ ਇਤਰਾਜ਼ ਕਰਦੇ। ਸਾਰਾ ਸ਼ਹਿਰ ਨਾਰਾਜ਼ ਹੈ। ਵੇਲਾ ਗਰਕ ਕਰਤਾ, ਨਰਕ ਬਣਾਤਾ ਇਸਨੇ। ਕਦੇ ਮੀਟਿੰਗ ਨਹੀਂ ਕਰਦਾ, ਕਦੇ ਕੁਛ ਨਹੀਂ ਕਰਦਾ। ਨਵਾਂ ਗਰਾਊਂਡ ਦੇ ਵਿਕਾਸ ਨੂੰ ਪਿੱਛੇ ਕਰਨ ਵਾਸਤੇ ਕੰਗ ਸਾਹਿਬ ਕਿਆ ਲੱਗਦਾ ਕਿ ਕਾਰਨ ਕੀ ਨੇ? ਕਿਉਂਕਿ ਧਿਆਨ ਸਿੰਘ ਤੁਹਾਡੇ ਤੇ ਦੋਸ਼ ਲਾਈ ਜਾ ਰਿਹਾ ਹੈ, ਇਲਜ਼ਾਮ ਲਾਈ ਜਾ ਰਿਹਾ ਹੈ ਕਿ ਕੰਗ ਸਾਹਿਬ ਇੰਨੀ ਦੇਰ ਮੰਤਰੀ ਵੀ ਰਹੇ ਹੈ, MLA ਵੀ ਰਹੇ ਹੈ, ਕਿ ਨਵਾਂ ਗਰਾਊਂਡ ਦਾ ਕੋਈ ਵਿਕਾਸ ਨਹੀਂ ਕੀਤਾ, ਕਿ ਹੁਣ ਜਦ ਸਾਡੀ ਕਮੇਟੀ ਬਣੀ ਹੋਈ ਉਹਦੇ ਵਿੱਚ ਜਾਣਬੁੱਝ ਕੇ ਕੰਮ ਕਰਨ ਤੋਂ ਰੋਕਿਆ ਜਾਵੇ। ਦੇਖੋ, ਨਵਾਂ ਗਾਉਂ 'ਚ ਵਿਕਾਸ ਕੀਤਾ ਨਹੀਂ ਕੀਤਾ। ਹਾਂਜੀ 2006 ਪਹਿਲਾਂ NAC ਮੈਂ ਬਣਾਈ। ਹਾਂਜੀ ਮੈਂ ਫਿਰ 12 ਤੋਂ 17 MLA ਰਿਹਾ, ਕਮੇਟੀ ਦਰਜਾ ਦਵਾਇਆ। ਹਾਂਜੀ ਤਕਰੀਬਨ 1.5 ਦਰਜਨ ਟਿਊਬਵੈੱਲ ਲਗਵਾਏ। ਹਾਂਜੀ ਜੋ ਸਾਰਾ ਸਿਸਟਮ ਕੀਤਾ, ਹਰ ਪਾਸੇ ਗਲੀਆਂ ਨਾਲੀਆਂ ਸੀਵਰੇਜ ਦਾ ਮੈਂ ਸ਼ੁਰੂ ਕੀਤਾ। ਹਾਂਜੀ ਲੇਕਿਨ ਸਰਕਾਰ ਬਦਲ ਗਈ, ਬਡਾਲੀ ਸਾਹਿਬ MLA ਬਣ ਕੇ ਆ ਗਏ, ਹਾਂਜੀ ਉਹ ਕੰਮ ਰੁਕ ਗਿਆ। ਹਾਂਜੀ ਜੋ ਅਕਾਲੀ ਦਲ ਆਏ, ਇਸ ਕਰਕੇ ਅਕਾਲੀ ਦਲ ਦਾ ਇਹ ਆਪਣੇ ਆਪ ਨੁਮਾਇੰਦਾ ਬਣਦਾ ਹੈ। ਹਾਂਜੀ ਉਹ ਹੁਣ 0 ਹੋ ਚੁੱਕਿਆ ਹੈ। ਸਾਰਿਆਂ ਨੂੰ ਪਤਾ ਹੈ ਕਿੰਨੀ ਬੁਰੀ ਹਾਲਤ ਪੰਜਾਬ 'ਚ ਹੋਈ ਹੈ।
ਹਾਂਜੀ ਇਸ ਕਰਕੇ ਮੈਂ ਇਹਨੂੰ ਕਹਿਣਾ ਚਾਹੁੰਦਾ ਕਿ ਤੂੰ ਭਾਈ ਸੋਚ ਵਿਚਾਰ ਕਰਕੇ ਚੌਧਰ ਛੱਡ ਦੇ, ਠੀਕ ਹੈ ਤੇਰਾ ਦਾ ਲੱਗ ਗਿਆ। ਕਦਾ MC ਤੂੰ ਪੈਸੇ ਦੇ ਕੇ ਚੱਕ ਲਿਆ ਸੀ, ਉਦੋਂ ਲੋਕਾਂ ਨੇ ਜੋ ਦੱਸਿਆ ਮੈਨੂੰ ਆ ਕੇ, ਮੈਨੂੰ ਤਾਂ ਪਤਾ ਨਹੀਂ, ਡਰਾ ਧਮਕਾ ਕੇ। ਹਾਂਜੀ ਇਹ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਵੀ ਇਹ ਬਿਲਕੁਲ ਇਮਾਨਦਾਰੀ ਨਾਲ ਲੋਕ ਹਿੱਤ ਵਿੱਚ ਇਸਤੀਫਾ ਦੇ ਕੇ ਪਾਸੇ ਹੋ ਜੇ। ਹਾਂਜੀ MC ਇਕੱਠੇ ਹੋ ਕੇ ਨਵਾਂ ਪ੍ਰਧਾਨ ਚੁਣ, ਜੋ ਕੰਮ ਕਰੇਗਾ ਉਹ ਅੱਗੇ ਆਏਗਾ। ਮੈਂ ਕੰਮ ਕਰਦਾ ਰਿਹਾ, ਮੈਂ ਬਾਰ-ਬਾਰ MLA ਬਣਿਆ, ਮੰਤਰੀ ਬਣਿਆ। ਹਾਂਜੀ ਮੇਰੇ ਤੋਂ ਪਹਿਲਾਂ ਅਕਾਲੀ ਇਲਾਕਾ ਸੀ, ਕਦੇ ਕਾਂਗਰਸ ਜਿੱਤੀ ਨਹੀਂ, ਮੈਂ ਬਾਰ-ਬਾਰ ਜਿੱਤਿਆ, ਹਾਰਿਆ ਵੀ।